हाय गाइस वेलकम बैक टू माय चैनल। जिस तरह कि ਤੁਹਾਨੂੰ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਅੱਜ ਦੀ ਵੀਡੀਓ ਹੈਗੀ ਆ ਹਾਊਸਸ ਦੇ ਟਾਈਪਸ ਦੇ ਬਾਰੇ, ਉਹਨਾਂ ਦੇ ਐਕਸਪੈਂਸਸ ਦੇ ਬਾਰੇ, ਬਾਅਦ ਦੇ ਵਿੱਚ ਕਿਹੜੇ ਖਰਚੇ ਆਉਂਦੇ ਹੈਗੇ ਆ, ਪਹਿਲਾਂ ਕੀ ਤੁਸੀਂ ਮਤਲਬ ਕਿ ਕਿਹੜੇ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈਗਾ ਆ, ਉਹਦੇ ਬਾਰੇ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੀ। ਓਕੇ ਗਾइस, ਸੋ ਵੈਲਕਮ ਬੈਕ ਅਗੇਨ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਘਰਾਂ ਦੇ ਟਾਈਪਸ। ਇੱਥੇ ਘਰਾਂ ਦੇ ਬੇਸਿਕਲੀ 4 ਟਾਈਪਸ ਹੁੰਦੇ ਹੈਗੇ ਆ, ਜਿਹਦੇ ਵਿੱਚ ਕਿ ਫਰਸਟ ਵਨ ਹੈਗਾ ਡਿਟੈਚਡ। ਜਿਹੜਾ ਡਿਟੈਚਡ ਹਾਊਸ ਹੁੰਦਾ ਹੈ ਉਹਦੀ ਜਿਹੜੀ ਸਾਰੀ ਸਰਾਊਂਡਿੰਗ ਪ੍ਰੋਪਰਟੀ ਹੁੰਦੀ ਹੈਗੀ ਹੈ ਉਹ ਤੁਹਾਡੀ ਹੁੰਦੀ ਹੈ, ਉਹਦੀ ਵਾਲ ਜਿਹੜੀ ਹੈਗੀ ਕਿਸੇ ਦੇ ਨਾਲ ਵੀ ਸ਼ੇਅਰਡ ਨਹੀਂ ਹੁੰਦੀ, ਤੇ ਉਹ ਹਾਊਸਿਸ ਮੋਸਟਲੀ ਐਕਸਪੈਂਸਿਵ ਹੁੰਦੇ ਹੈਗੇ ਇਨ ਕੰਪੇਅਰ ਟੂ ਅਦਰ ਹਾਊਸਿਸ। ਉਹਨਾਂ ਦੇ ਪ੍ਰਾਈਸਿਸ ਜਿਹੜੇ ਹੈਗੇ ਇਨ ਮੌਂਟਰੀਅਲ ਇਟਸ ਲਾਈਕ it will start from $400,000 and more than that. Like अगर आप आज की गल करिए, इस साल की गल करिए तो आई एम श्योर कि इट्स इवन लाइक over $500,000। ਤੇ ਉਸ ਤੋਂ ਬਾਅਦ ਵਿੱਚ ਆਉਂਦੇ ਹੈਗੇ ਸੈਮੀ ਡਿਟੈਚ ਹਾਊਸ। ਸਾਡਾ ਵੀ ਘਰ ਸੈਮੀ ਡਿਟੈਚ ਹੀ ਹੈਗਾ। ਉਹਦੇ ਵਿੱਚ ਤੁਸੀਂ ਕੀ ਹੁੰਦਾ ਕਿ ਉਹਦੀ ਇੱਕ ਸਾਈਡ ਜਿਹੜੀ ਹੁੰਦੀ ਹੈ ਓਪਨ ਹੁੰਦੀ ਹੈ, ਤੇ ਜਿਹੜੀ ਦੂਸਰੀ ਜਿਹੜੀ ਇੱਕ ਵਾਲ ਹੈਗੀ ਆ ਉਹ ਤੁਸੀਂ ਆਪਣੇ ਨੇਬਰ ਦੇ ਨਾਲ ਸ਼ੇਅਰ ਕਰਦੇ ਹੋ। ਜਿਹੜੇ ਇਹ ਹਾਊਸਿਸ ਹੁੰਦੇ ਹੈਗੇ ਉਹ ਤੁਹਾਨੂੰ 350,000 ਤੋਂ ਉਹਨਾਂ ਦੀ ਬਿਗਿਨਿੰਗ ਹੁੰਦੀ ਹੈਗੀ ਹੈ। ਤੇ ਇਸ ਤੋਂ ਬਾਅਦ ਵਿੱਚ ਆਉਂਦੇ ਹੈਗੇ ਕੋਂਡੋ ਹਾਊਸਿਸ ਜਾਂ ਫਿਰ ਕੋਂਡੋ ਅਪਾਰਟਮੈਂਟਸ। ਇਹ ਜਿਹੜੇ ਹਾਊਸਿਸ ਹੈਗੇ ਜਿਸ ਤਰ੍ਹਾਂ ਕਿ ਫਸਟ ਟਾਈਮ ਬਾਇਰ ਹੁੰਦੇ ਹੈਗੇ ਉਹਨਾਂ ਵਾਸਤੇ ਬਾਏ ਕਰਨਾ ਈਜ਼ੀ ਹੁੰਦੇ ਹੈਗੇ। ਇਟ ਡਿਪੈਂਡ ਔਨ ਦਾ ਏਰੀਆ ਵੇਅਰ ਯੂ ਬਾਏ ਕੰਡੋਮੀਨੀਅਮ ਹਾਊਸਿਸ, ਕਿ ਉਹ ਸਸਤੇ ਵੀ ਮਿਲ ਜਾਂਦੇ ਆ ਔਰ ਕਾਫੀ ਐਕਸਪੈਂਸਿਵ ਵੀ ਹੁੰਦੇ ਹੈਗੇ ਆ, ਡਿਪੈਂਡ ਕਿ ਤੁਹਾਨੂੰ ਕੀ ਕੀ ਫੈਸਿਲਿਟੀਜ਼ ਉਹਦੇ ਵਿੱਚ ਮਿਲਦੀਆਂ ਹੈਗੀਆਂ। ਇਹਦੇ ਵਿੱਚ ਤੁਸੀਂ ਮੌਰਗੇਜ ਜਿਹੜੀ ਪੇਮੈਂਟ ਹੈਗੀ ਆ ਜੇ ਤੁਸੀਂ ਬੈਂਕ ਤੋਂ ਲੈਂਦੇ ਹੋ ਉਹਦੇ ਨਾਲ ਨਾਲ ਤੁਹਾਨੂੰ ਕੋਂਡੋ ਫੀਸ ਵੀ ਦੇਣੀ ਪੈਂਦੀ ਹੈਗੀ, ਜਿਸ ਤਰ੍ਹਾਂ ਕਿ ਮੇਨਟੇਨੈਂਸ ਫੀਸ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ। ਤੇ ਇਸ ਤੋਂ ਬਾਅਦ ਵਿੱਚ ਜਿਹੜੀ ਚੌਥੀ ਆਂਦੀ ਹੈਗੀ ਆ ਉਹ ਆਂਦੇ ਹੈਗੇ ਆ ਟਾਊਨ ਹਾਊਸਿਸ। ਜਿਹੜੇ ਟਾਊਨ ਹਾਊਸਿਸ ਹੁੰਦੇ ਹੈਗੇ ਆ ਉਹ ਇੱਕ ਰੋ ਦੇ ਵਿੱਚ ਹੀ ਮਤਲਬ ਕਾਫੀ ਹਾਊਸਿਸ ਹੁੰਦੇ ਹੈਗੇ ਆ, ਮੇਬੀ ਮੋਰ ਦੈਨ 4 or 5 ਹਾਊਸਿਸ ਇੱਕ ਵਾਲ, ਮਤਲਬ ਕਿ ਉਹਨਾਂ ਨੇ ਸਾਰੇ ਇੱਕ ਲਾਈਨ ਦੇ ਵਿੱਚ ਹੁੰਦੇ ਹੈਗੇ ਹਾਊਸਿਸ। ਤੇ ਇਹ ਹੁੰਦੀਆਂ ਪ੍ਰੋਪਰਟੀਜ਼ ਜਿਹੜੇ ਕਿ ਤੁਸੀਂ ਬਾਏ ਕਰਦੇ ਹੋ। ਇਸ ਤੋਂ ਇਲਾਵਾ ਰੈਂਟਲ ਵੀ ਹੁੰਦੀਆਂ ਹੈਗੀਆਂ ਕਿ ਤੁਸੀਂ ਰੈਂਟ ਕਰਦੇ ਹੋ ਅਪਾਰਟਮੈਂਟਸ, 1 ਤੋਂ ਲੈ ਕੇ 3 ਬੈਡਰੂਮਸ ਤੱਕ ਵੀ ਤੁਹਾਨੂੰ ਮਿਲ ਜਾਂਦੇ ਹੈਗੇ ਆ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਐਂਡ ਦੇ ਵਿੱਚ ਆ ਜਾਂਦੇ ਹੈਗੇ ਆ ਕਿ ਪ੍ਰਾਈਵੇਟ, ਜਿਸ ਤਰ੍ਹਾਂ ਕਿ ਪ੍ਰਾਈਵੇਟ ਰੂਮਸ। ਜਿਸ ਮੋਸਟਲੀ ਸਟੂਡੈਂਟਸ ਕੀ ਕਰਦੇ ਹੈਗੇ ਆ ਕਿ ਉਹ ਇੱਕ ਹਾਊਸ ਕੰਪਲੀਟ ਉਹ 4-5 ਸਟੂਡੈਂਟਸ ਮਿਲ ਕੇ ਰੈਂਟ ਕਰ ਲੈਂਦੇ ਹੈਗੇ ਆ, ਤੇ ਉਹ ਫਿਰ ਇੱਕ ਇੱਕ ਰੂਮ ਸ਼ੇਅਰ ਕਰਦੇ ਆ ਤੇ ਇਕੱਠੇ ਆਪਸ ਦੇ ਵਿੱਚ ਉਸ ਕੰਪਲੀਟ ਹਾਊਸ ਦਾ ਰੈਂਟ ਦੇ ਦਿੰਦੇ ਹੈਗੇ ਆ। ਤੇ ਇਹ ਤਾਂ ਹੋ ਗਈ ਘਰਾਂ ਦੀ ਹਾਊਸਿਸ ਦੀ ਟਾਈਪਸ। ਤੇ ਗਾਇਸ ਪ੍ਰੋਪਰਟੀ ਬਾਏ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਕਿ ਫਾਈਨੈਂਸ਼ਲੀ ਤੁਸੀਂ ਰੈਡੀ ਹੈਗੇ ਕਿ ਨਹੀਂ ਪ੍ਰੋਪਰਟੀ ਬਾਏ ਕਰਨ ਵਾਸਤੇ। ਤੇ ਲੈਟਸ ਸੇ ਕਿ ਤੁਹਾਡੇ ਕੋਲ ਡਾਊਨ ਪੇਮੈਂਟ ਵਾਸਤੇ ਸਫੀਸ਼ੀਐਂਟ ਫੰਡਸ ਹੈਗੇ ਹੈ ਕਿ ਨਹੀਂ, ਉਸ ਚੀਜ਼ ਵਾਸਤੇ ਤੁਹਾਨੂੰ ਰੈਡੀ ਕਰਨਾ ਪੈਂਦਾ। ਤੁਹਾਡੀ ਜੌਬ ਜਿਹੜੀ ਹੈਗੀ ਹੈ ਸਟੇਬਲ ਹੋਣੀ ਚਾਹੀਦੀ ਹੈਗੀ, ਕਿਉਂਕਿ ਇੱਕ ਵਾਰ ਤੁਸੀਂ ਹਾਊਸ ਬਾਏ ਕਰ ਲਿਆ ਇਟਸ ਲਾਈਕ ਅ ਬਿਗ ਰਿਸਪੌਂਸਿਬਿਲਿਟੀ। ਵਾਂਸ ਯੂ ਸਾਈਨ ਦ ਪੇਪਰਸ ਯੂ ਹੈਵ ਟੂ ਪੇ ਦ ਮੌਰਗੇਜ। ਤੇ ਫਿਰ ਉਸ ਤੋਂ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਰਿਆਂ ਨੂੰ ਫਾਈਨੈਂਸ਼ੀਅਲੀ ਐਵਰੀਥਿੰਗ ਇਜ਼ ਰੈਡੀ, ਤੇ ਉਸ ਤੋਂ ਬਾਅਦ ਵਿੱਚ ਤੁਸੀਂ ਰੀਅਲਟਰ ਦੇਖੋਗੇ, ਯੂ ਫਾਈਂਡ ਅ ਰੀਅਲਟਰ, ਤੇ ਉਹ ਤੁਹਾਨੂੰ ਹਾਊਸ ਹੰਟਿੰਗ ਵਿੱਚ ਕਾਫੀ ਹੈਲਪ ਕਰਦੇ ਹੈਗੇ ਆ। ਤੇ ਇਫ ਯੂ ਲੈਟਸ ਸੇ ਯੂ ਲਾਈਕ ਅ ਹਾਊਸ ਇਨ ਦ ਮਾਰਕੀਟ, ਤੇ ਫਿਰ ਤੁਸੀਂ ਉਸ ਹਾਊਸ ਵਾਸਤੇ ਆਫਰ ਦੇ ਸਕਦੇ ਹੋ। ਤੇ ਆਫਰ ਦੇਣ ਤੋਂ ਬਾਅਦ ਦੇ ਵਿੱਚ ਤੁਸੀਂ ਆਈ ਮੀਨ ਇੰਸਪੈਕਸ਼ਨ ਉਸ ਘਰ ਦੀ ਕਰਵਾਉਂਦੇ ਹੋ। ਅਗਰ ਇੰਸਪੈਕਸ਼ਨ ਦੇ ਦੌਰਾਨ ਕੁਝ ਮੇਜਰ ਪ੍ਰੋਬਲਮਸ ਘਰ ਦੇ ਵਿੱਚ ਨਿਕਲ ਆਉਂਦੀਆਂ ਹੈਗੀਆਂ, ਤੁਸੀਂ ਓਨਰ ਦੇ ਨਾਲ ਨੈਗੋਸ਼ੀਏਟ ਵੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਲੀਗਲੀ ਆਪਣਾ ਜਿਹੜਾ ਆਫਰ ਹੈਗਾ ਵਿਦਡਰਾ ਵੀ ਕਰ ਸਕਦੇ ਹੈਗੇ ਆ ਕਿ ਤੁਸੀਂ ਨਹੀਂ ਹੈ ਮਤਲਬ ਕਾਫੀ ਜ਼ਿਆਦਾ ਪ੍ਰੋਬਲਮਸ ਆਈਆਂ, ਆਈ ਡੋਂਟ ਵਾਂਟ ਟੂ ਬਾਏ ਦਿਸ ਹਾਊਸ, ਤੇ ਲੀਗਲ ਹੈਗਾ ਕਿ ਤੁਸੀਂ ਆਪਣੇ ਆਫਰ ਨੂੰ ਵਿਦਡਰਾ ਕਰ ਸਕਦੇ ਹੈਗੇ ਆ। ਤੇ ਲੈਟਸ ਸੇ ਗਾਈਜ਼ ਕਿ ਹਾਊਸ ਦੇ ਵਿੱਚ ਸਾਰਾ ਕੁਝ ਠੀਕ ਹੈ, ਤੁਹਾਨੂੰ ਹਾਊਸ ਪਸੰਦ ਆ ਗਿਆ ਹੈ, ਦੈਨ ਯੂ ਪਰਚੇਜ਼ ਦਾ ਹਾਊਸ। ਤੇ ਉਸ ਤੋਂ ਬਾਅਦ ਵਿੱਚ ਫਿਰ ਨੋਟਰੀ ਦਾ ਪ੍ਰੋਸੈਸ ਹੁੰਦਾ ਹੈਗਾ, ਜਿਹੜੇ ਕਿ ਹਾਊਸ ਦੀ ਜਿਹੜੀ ਸੇਲ ਹੈਗੀ ਆ ਉਹਨੂੰ ਰਜਿਸਟਰ ਕਰਦੇ ਹੈਗੇ, ਪੇਪਰ ਵਰਕ ਡਨ ਕਰਦੇ ਹੈ। ਸੈਲਰ ਦਾ ਜੋ ਵੀ ਅਗਰ ਕੁਝ ਟੈਕਸਿਸ ਵਗੈਰਾ ਪੇ ਕਰਨ ਵਾਲੇ ਹੋਏ, ਬਾਇਰ ਨੇ ਅਗਰ ਕੁਝ ਪੇ ਕਰਨੇ ਹੋਏ ਤਾਂ ਸਾਰਾ ਕੁਝ ਉਸ ਦਿਨ ਉਹ ਕਲੀਅਰ ਕਰਦੇ ਹੈਗੇ। ਤੇ ਇਹਦੀ ਜਿਹੜੀ ਕੋਸਟ ਹੈਗੀ ਹੈ ਅਰਾਊਂਡ ਨੋਟਰੀ ਦੀ ਅਰਾਊਂਡ ਲਾਈਕ $1,000 ਤੋਂ ਲੈ ਕੇ $1,500 ਤੱਕ ਆਉਂਦੀ ਹੈਗੀ ਹੈ। ਮੈਂ ਤੁਹਾਨੂੰ ਪਹਿਲੇ ਇੰਸਪੈਕਸ਼ਨ ਦੇ ਬਾਰੇ ਕੋਸਟ ਦੱਸਣਾ ਯਾਦ ਭੁੱਲ ਗਈ ਸੀ ਕਿ ਇਟਸ ਅਰਾਊਂਡ ਲਾਈਕ 500 to 1000, 500 ਤੋਂ ਲੈ ਕੇ $1,000 ਤੱਕ ਇਹਦੀ ਕੋਸਟ ਆਉਂਦੀ ਹੈਗੀ ਹੈ, ਜਿਹੜੀ ਕਿ ਸਰਟੀਫਾਈਡ ਜਿਹੜੀ ਇੰਸਪੈਕਸ਼ਨ ਕੰਪਨੀ ਹੁੰਦੀ ਹੈਗੀ ਆ ਉਹ ਕਰਦੇ ਹੈਗੇ ਘਰ ਦੀ ਇੰਸਪੈਕਸ਼ਨ। ਤੇ ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਘਰ ਲੈ ਲੈਂਦੇ ਹੈਗੇ ਆ, ਸਾਰਾ ਕੁਝ ਡਨ ਹੋ ਜਾਂਦਾ ਹੈਗਾ ਹੈ,
ਤੇ ਬਾਅਦ ਦੇ ਵਿੱਚ ਐਂਟਰ ਕਰਦੇ ਸਾਰੇ ਇੱਥੇ ਕੈਨੇਡਾ ਦੇ ਵਿੱਚ ਮੋਸਟਲੀ ਹਾਊਸਿਸ ਦੇ ਵਿੱਚ ਆਉਂਦਾ ਹੈਗਾ ਵੈਲਕਮ ਟੈਕਸ। ਤੇ ਇਹ ਜਿਹੜਾ ਟੈਕਸ ਹੈਗਾ ਉਹ ਇੱਕ ਤਰ੍ਹਾਂ ਦਾ ਟੈਕਸ ਜਿਹੜਾ ਕਿ ਤੁਸੀਂ ਡਿਪੈਂਡ ਕਰਦਾ ਹੈਗਾ ਘਰ ਦੀ ਅਮਾਊਂਟ ਦੇ ਉੱਤੇ ਕਿ ਉਹ ਕਿੰਨੀ ਟੈਕਸ ਦੀ ਵੈਲਕਮ ਟੈਕਸ ਦੀ ਅਮਾਊਂਟ ਹੈਗੀ ਹੈ। ਤੇ ਇਟਸ ਲਾਈਕ ਇਫ ਇਟਸ ਲੈਸ ਦੈਨ $5000 ਕਿ ਕੋਈ ਤੁਸੀਂ ਛੋਟੀ ਮੋਟੀ ਪ੍ਰਾਪਰਟੀ ਹੈਗੀ ਹੈ ਕੁਝ ਵੀ ਬਾਈ ਕਰਦੇ ਹੋ ਉਹਦੇ ਉੱਤੇ ਨਹੀਂ ਮਤਲਬ ਲੱਗਦਾ ਹੈਗਾ, ਪਰ ਇਟਸ let's say it's like from $50,000 to more, it's like I will say 0.5% ਤੋਂ ਲੈ ਕੇ 1.0% ਉਸ ਤੋਂ ਵੀ ਮਤਲਬ ਉੱਪਰ ਦੇ ਮਤਲਬ ਟੈਕਸ ਡਿਪੈਂਡ ਕਰਦਾ ਹੈਗਾ ਕਿ ਪ੍ਰਾਪਰਟੀ ਦਾ ਕੀ ਪ੍ਰਾਈਸ ਹੈਗਾ ਤੇ ਵੈਲਕਮ ਟੈਕਸ ਹੈਗਾ ਕਿ ਜਿਸ ਇਹ ਤੁਹਾਨੂੰ ਪੇ ਕਰਨਾ ਪੈਂਦਾ ਹੈ। ਸਾਡੀ ਜਿਹੜੀ ਪ੍ਰਾਪਰਟੀ ਹੈਗੀ ਹੈ ਆਈ ਰਿਮੈਂਬਰ ਕਿ ਇਹਦਾ ਟੈਕਸ ਸਾਨੂੰ ਉਸ ਟਾਈਮ ਆਇਆ ਸੀਗਾ ਅੱਜ ਤੋਂ 3-4 ਸਾਲ ਪਹਿਲਾਂ ਅਰਾਊਂਡ $3,300 ਤੇ ਤੁਸੀਂ ਘਰ ਬਾਏ ਕਰਨ ਤੋਂ 1 ਮੰਥ ਆਫਟਰ ਤੁਹਾਨੂੰ ਇਹ ਵਾਲਾ ਟੈਕਸ ਆਉਂਦਾ ਹੈਗਾ। ਤੇ ਉਸ ਤੋਂ ਬਾਅਦ ਵਿੱਚ ਗਾਈਜ਼ ਤੁਹਾਨੂੰ ਮੈਂ ਇੱਕ ਗੱਲ ਕਹਿੰਦਾ ਤੁਹਾਨੂੰ ਯਾਦ ਭੁੱਲਿਆ ਕਿ ਜਦੋਂ ਵੀ ਤੁਸੀਂ ਆਪਾਂ ਡਾਊਨ ਪੇਮੈਂਟ ਦਿੰਦੇ ਹੈਗੇ ਆ ਤੁਸੀਂ 5% ਡਾਊਨ ਪੇਮੈਂਟ ਦੇ ਸਕਦੇ ਹੋ ਘਰ ਦੀ, ਤੇ ਉਸ ਤੋਂ ਉੱਪਰ ਅਗਰ ਤੁਹਾਡੇ ਕੋਲ ਮਨੀ ਹੈ ਫਾਈਨੈਂਸ਼ੀਅਲ ਤੁਹਾਡੀ ਸਿਚੁਏਸ਼ਨ ਹੈ ਤਾਂ ਤੁਸੀਂ ਇਟਸ ਬੈਟਰ ਕਿ ਤੁਸੀਂ 20% ਡਾਊਨ ਪੇਮੈਂਟ ਜਾਂ 25% ਦਿਓ। ਅਗਰ ਨਹੀਂ ਤਾਂ ਤੁਸੀਂ 5% ਵੀ ਦੇ ਸਕਦੇ ਹੋ, ਪਰ ਉਹਦੇ ਵਾਸਤੇ ਫਿਰ ਤੁਹਾਨੂੰ ਬਾਅਦ ਦੇ ਵਿੱਚ ਇੱਕ ਐਕਸਟਰਾ ਮਨੀ ਹੈਗੀ ਹੈ ਟੈਕਸ ਜਿਹੜਾ ਤੁਹਾਨੂੰ ਕੀ ਪੇ ਕਰਨਾ ਪੈਂਦਾ ਹੈਗਾ। ਤੇ ਜਦੋਂ ਹੁਣ ਆਪਾਂ ਹਾਊਸ ਬਾਏ ਕਰਨ ਤੋਂ ਬਾਅਦ ਦੇ ਜਿਹੜੇ ਹੈਗੇ ਆ ਉਹ ਡਿਸਕਸ ਕਰਾਂਗੇ ਕਿ ਕਿਹੜੇ ਕਿਹੜੇ ਐਕਸਪੈਂਸਿਸ ਹੁੰਦੇ ਹੈਗੇ ਆ। ਤੇ ਹਾਊਸ ਬਾਏ ਕਰਨ ਤੋਂ ਬਾਅਦ ਦੇ ਵਿੱਚ ਤਾਂ ਫਸਟ ਥਿੰਗ ਜਿਹੜੀ ਹੈਗੀ ਆ ਉਹ ਆਉਂਦੀ ਹੈਗੀ ਹੈ ਕਿ ਤੁਸੀਂ 8% ਡਾਊਨ ਪੇਮੈਂਟ ਦਿੱਤੀ ਹੈਗੀ ਹੈ ਤੇ ਤੁਹਾਨੂੰ ਆਪਣੀ ਜਿਹੜੀ ਮੌਰਗੇਜ ਜਿਹੜੇ ਕਿ ਤੁਸੀਂ ਲੋਨ ਬੈਂਕ ਤੋਂ ਲਿੱਤਾ ਹੋਇਆ ਹੈ ਉਹਦੇ ਉੱਪਰ ਉਹ ਇੰਸ਼ੋਰੈਂਸ ਤੁਹਾਨੂੰ ਲੈਣੀ ਪੈਂਦੀ ਹੈਗੀ ਆ, ਮੌਰਗੇਜ ਲੋਨ ਇੰਸ਼ੋਰੈਂਸ। ਇੱਕ ਹੁੰਦੀ ਹੈਗੀ ਮੌਰਗੇਜ ਲਾਈਫ ਇੰਸ਼ੋਰੈਂਸ, ਉਹਦੇ ਵਿੱਚ ਮੈਂ ਤੁਹਾਨੂੰ ਡਿਫਰੈਂਸ ਦੱਸੂਗੀ ਕਿ ਕੀ ਹੈਗਾ ਹੈ। ਜਿਹੜੀ ਮੌਰਗੇਜ ਲੋਨ ਇੰਸ਼ੋਰੈਂਸ ਹੈਗੀ ਆ ਉਹ ਲੈਟਸ ਤੁਸੀਂ 5% ਦਿੱਤਾ ਹੈਗਾ ਡਾਊਨ ਪੇਮੈਂਟ ਤੇ ਫਿਰ ਉਹ ਤੁਹਾਡੀ ਮੌਰਗੇਜ ਦੀ ਪੇਮੈਂਟ ਦੇ ਵਿੱਚ ਹੀ ਉਹ ਐਡ ਕਰ ਦਿੰਦੇ ਹੈਗੇ। ਉਹਦਾ ਫਾਇਦਾ ਜਿਹੜਾ ਹੁੰਦਾ ਲੈਂਡਰ ਨੂੰ ਹੁੰਦਾ ਹੈ, ਉਹ ਸਾਡੇ ਵਾਸਤੇ ਨਹੀਂ ਹੁੰਦੀ ਹੈਗੀ ਕਿਉਂਕਿ ਅਸੀਂ ਘੱਟ ਅਮਾਊਂਟ ਪੇ ਕੀਤੀ ਹੈਗੀ ਆ ਡਾਊਨ ਪੇਮੈਂਟ ਤੇ ਇਸ ਕਰਕੇ ਉਹ ਜਸਟ ਟੂ ਬੀ ਸੇਫ ਸਾਈਡ ਉਹ ਲੈਣਾ ਚਾਹੁੰਦੇ ਹੈਗੇ ਤੇ ਉਹ ਇੰਸ਼ੋਰੈਂਸ ਸਾਨੂੰ ਲੈਣੀ ਪੈਂਦੀ ਹੈ। ਤੇ ਜਿਹੜੀ ਮੌਰਗੇਜ ਲਾਈਫ ਇੰਸ਼ੋਰੈਂਸ ਹੁੰਦੀ ਆ ਉਹ ਅਸੀਂ ਖੁਦ ਆਪਣੇ ਵਾਸਤੇ ਲੈਂਦੇ ਆ ਕਿ ਲੈਟਸ ਸੇ ਕਿ ਸਾਡੀ ਪ੍ਰਾਪਰਟੀ ਜਿਸ ਤਰ੍ਹਾਂ ਕਿ ਅਸੀਂ ਹਸਬੈਂਡ ਵਾਈਫ ਆ, ਸਾਡੇ ਦੋਨਾਂ ਦੇ ਨਾਮ ਤੇ ਪ੍ਰਾਪਰਟੀ ਹੈ, ਰੱਬ ਨਾ ਕਰੇ ਕਿ ਕੱਲ ਨੂੰ ਇਹ ਦੋਨਾਂ ਦੇ ਵਿੱਚੋਂ ਇੱਕ ਨੂੰ ਕੋਈ ਮੇਜਰ ਪ੍ਰੋਬਲਮ ਹੋ ਜਾਏ ਜਾਂ ਫਿਰ ਡੈਥ ਹੋ ਜਾਏ ਦ ਵਰਸਟ ਕੇਸ ਕਿ ਤੇ ਫਿਰ ਉਸ ਮੌਰਗੇਜ ਨੂੰ ਪੇ ਕਰਨ ਦੇ ਵਿੱਚ ਉਹ ਜਿਹੜੀ ਫਾਈਨੈਂਸ਼ੀਅਲ ਜਿੱਥੋਂ ਤੁਸੀਂ ਲਿੱਤਾ ਹੁੰਦਾ ਹੈਗਾ ਲੋਨ ਮੌਰਗੇਜ ਤੇ ਉਹ ਤੁਹਾਨੂੰ ਹੈਲਪ ਕਰਦੇ ਹੈਗੇ ਆ, ਕਈ ਵਾਰ ਕੰਪਲੀਟਲੀ ਪੇ ਵੀ ਹੋ ਜਾਂਦੀ ਹੈਗੀ ਹੈ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਐਕਸਪੈਂਸਿਸ ਆਉਂਦੇ ਹੈਗੇ ਜਿੱਦਾਂ ਕਿ ਯੂਟਿਲਿਟੀਜ਼ ਐਕਸਪੈਂਸਿਸ ਜਿੱਦਾਂ ਹੀਟ ਦਾ ਹੋਇਆ, ਹੌਟ ਵਾਟਰ ਦਾ ਹੋਇਆ, ਇਹ ਜਿਹੜੇ ਛੋਟੇ ਮੋਟੇ ਖਰਚੇ ਹੈਗੇ ਆ ਇਹ ਮਤਲਬ ਘਰ ਤੁਹਾਨੂੰ ਫੇਸ ਕਰਨੇ ਪੈਂਦੇ ਆ। ਤੇ ਜਿਹੜਾ ਫਸਟ ਈਅਰ ਆਪਾਂ ਕਈ ਵਾਰੀ ਕਹਿੰਦੇ ਹੈਗੇ ਨਾ ਕਿ ਘਰ ਜਦੋਂ ਬਾਏ ਕਰਦੇ ਆ ਤੇ ਫਸਟ ਈਅਰ ਕਾਫੀ ਜ਼ਿਆਦਾ ਐਕਸਪੈਂਸਿਸ ਹੁੰਦੇ ਹੈਗੇ ਆ, ਉਸ ਤੋਂ ਬਾਅਦ ਵਿੱਚ ਨਾਰਮਲ ਹੋ ਜਾਂਦਾ ਹੈ। ਉਹੀ ਐਕਸਪੈਂਸਿਸ ਜਿਹੜੇ ਮੇਨ ਕਿ ਜਿਹੜਾ ਵੈਲਕਮ ਟੈਕਸ ਆਪਾਂ ਇੱਕ ਵੱਡੀ ਅਮਾਊਂਟ ਪੇ ਕਰਦੇ ਆ, ਫਿਰ ਜਿਹੜੇ ਬਿਲਸ ਵਗੈਰਾ ਐਡਜਸਟ ਕਰਦੇ ਹੈਗੇ ਆ ਜਦੋਂ ਆਪਾਂ ਆਪਣਾ ਐਡਰੈਸ ਚੇਂਜ ਕਰਦੇ ਆ ਉਹਦਾ। ਤੇ ਕਈ ਵਾਰ ਸਾਨੂੰ ਅਗਰ ਅਸੀਂ ਵੱਡਾ ਕੋਈ ਹਾਊਸ ਲੈਂਦੇ ਆ ਸਾਨੂੰ ਨਹੀਂ ਪਤਾ ਹੁੰਦਾ ਕਿ ਹੀਟ ਕਿਸ ਤਰ੍ਹਾਂ ਐਡਜਸਟ ਕਰਨੀ ਹੈ ਰੂਮ ਟੂ ਰੂਮ, ਤੇ ਉਹਦੇ ਵੀ ਜਿਹੜਾ ਫਸਟ ਬਿਲ ਆਉਂਦਾ ਕਿਸੇ ਵੇਲੇ ਜ਼ਿਆਦਾ ਆ ਜਾਂਦਾ ਹੈਗਾ। ਤੇ ਹੋਰ ਬਸ ਇਹ ਦੋ ਚੀਜ਼ਾਂ ਇਹ ਕੁਝ ਚੀਜ਼ਾਂ ਹੈਗੀਆਂ ਕਿ ਫਸਟ ਈਅਰ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ। ਤੇ ਹੁਣ ਗਾਈਜ਼ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦਊਂਗੀ ਆਪਣੇ ਹਾਊਸ ਦੇ ਬਾਰੇ, ਜਿਸ ਤਰ੍ਹਾਂ ਕਿ ਜੋ ਪ੍ਰਾਪਰਟੀ ਅਸੀਂ ਬਾਏ ਕੀਤੀ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਉਹਦੇ ਕੀ ਐਕਸਪੈਂਸਿਸ ਹੈਗੇ ਆ ਹੁਣ ਜੋ ਵੀ ਅਸੀਂ ਪੇ ਕਰਦੇ ਪਏ ਆ। ਤੇ ਇਹ ਜਿਹੜੀ ਪ੍ਰਾਪਰਟੀ ਅਗਰ ਤੁਸੀਂ ਮੇਰਾ ਹਾਊਸ ਟੂਰ ਦੇਖਿਆ ਹੋਏਗਾ ਉਹਦੇ ਵਿੱਚ 3 ਬੈਡਰੂਮਸ ਹੈਗੇ ਅਪਸਟੇਅਰ, ਨੀਚੇ ਲਿਵਿੰਗ ਏਰੀਆ ਓਪਨ ਮਾਡਰਨ ਕਨਸੈਪਟ ਹੈਗਾ ਹੈ ਕਿਚਨ ਦਾ ਵੀ, ਤੇ ਬੇਸਮੈਂਟ ਕੰਪਲੀਟਲੀ ਰੈਡੀ ਹੈਗੀ ਹੈ, ਗੈਰੇਜ ਹੈਗਾ ਹੈ ਤੇ ਸਾਡਾ ਸੈਮੀ ਡਿਟੈਚ ਹਾਊਸ। ਤੇ ਇਹਦੀ ਕਾਸਟ ਉਸ ਟਾਈਮ ਸੀਗੀ $320,000 ਜੋ ਅਸੀਂ ਪੇ ਕੀਤੀ ਹੈਗੀ ਹੈ, ਪਰ ਆਸਕਿੰਗ ਪ੍ਰਾਈਸ ਦਾ ਉਹ ਜ਼ਿਆਦਾ ਸੀਗਾ। ਤੇ ਹੁਣ ਅਸੀਂ ਇਹਦੇ ਜਿਹੜੇ ਪੇ ਕਰਦੇ ਪਏ ਮੌਰਗੇਜ ਜਿਹਦੇ ਵਿੱਚ ਕੀ ਐਡ ਹੈਗਾ ਹੈ ਮੇਰੇ ਕੁਝ ਜਿਹੜੇ ਕਿ ਸਿਟੀ ਟੈਕਸ ਤੇ ਸਕੂਲ ਟੈਕਸ ਪ੍ਰੋਪਰਟੀ ਟੈਕਸ ਐਡ ਕਰਕੇ ਸਾਡੀ ਇੰਸ਼ੋਰੈਂਸ ਵਗੈਰਾ ਐਡ ਕਰਕੇ ਜਿਹੜੀ ਮੌਰਗੇਜ ਇੰਸ਼ੋਰੈਂਸ ਹੈਗੀ ਆ ਉਹ ਐਡ ਕਰਕੇ ਅਰਾਊਂਡ ਲਾਈਕ $1,900 ਤੋਂ ਲੈ ਕੇ $2,000 ਜਿਹੜੀ ਹੈਗੀ ਆ ਮੰਥਲੀ ਮੌਰਗੇਜ ਕੰਪਨੀ ਜਿਹੜੀ ਹੈਗੀ ਹੈ ਇਹਦਾ ਖਰਚਾ ਹੈਗਾ। ਤੇ ਉਸ ਤੋਂ ਬਾਅਦ ਦੇ ਵਿੱਚ ਬਾਕੀ ਦੇ ਖਰਚੇ ਜਿਸ ਤਰ੍ਹਾਂ ਕਿ ਬਿਲਸ ਹੋਏ, ਗਰੋਸਰੀ ਹੋਏ ਜਾਂ ਫਿਰ ਕਈ ਵਾਰ ਤੁਹਾਡੇ ਕੋਲ ਕਾਰਾਂ ਦੇ ਇੱਕਦਮ ਤੁਹਾਨੂੰ ਮਤਲਬ ਖਰਚੇ ਆ ਜਾਂਦੇ ਹੈਗੇ ਆ, ਉਹਦੇ ਲਾ ਮਿਲਾ ਕੇ $2,000 ਮੰਥਲੀ ਉਹਦਾ ਹੈਗਾ।
ਤੇ ਫਿਰ ਜਿਹੜਾ ਤੁਹਾਨੂੰ ਕਾਰ ਦੀ ਇੰਸ਼ੋਰੈਂਸ ਜਿਹੜੀ ਕਿ ਮਸਟ ਹੈਗੀ ਇੱਥੇ ਲੈਣਾ, ਹਾਊਸ ਇੰਸ਼ੋਰੈਂਸ ਜਿਹੜੀ ਕਿ ਤੁਸੀਂ ਹਮੇਸ਼ਾ ਆਈ ਮੀਨ 99% ਲੋਕ ਜਿਹੜੀ ਹੈਗੀ ਹੈ ਆਈ ਵਿਲ ਸੇ 100% ਐਕਚੁਅਲੀ ਲੋਕ ਲੈਂਦੇ, ਕਿਉਂਕਿ ਜਦੋਂ ਅਸੀਂ ਇੰਨੀ ਵੱਡੀ ਇਨਵੈਸਟਮੈਂਟ ਕਰਦੇ ਹੈਗੇ ਹਾਊਸ ਵਿੱਚ, ਤੇ ਹਮੇਸ਼ਾ ਆਪਾਂ ਸੋਚਦੇ ਕਿ ਸੇਫ ਸਾਈਡ ਹੋ ਕੇ ਚੱਲੀਏ, ਇੰਸ਼ੋਰੈਂਸ ਲਈਏ, ਕਿਉਂਕਿ ਇੱਥੇ ਦੇ ਹਾਊਸ ਜਿਹੜੇ ਹੈਗੇ ਆ ਉਹ ਵੁਡਨ ਹਾਊਸਿਸ ਹੋਣ ਕਰਕੇ ਬੜੀ ਜਲਦੀ ਆਈ ਮੀਨ ਫਾਇਰ ਕੈਚ ਕਰਦੇ ਆ, ਤਾਂ ਕਿਤੇ ਨਾ ਕਿਤੇ ਤੁਸੀਂ ਸਿਕਿਉਰ ਹੋ ਕੇ ਰਹਿਣਾ ਚਾਹੁੰਦੇ ਆ। ਤੇ ਉਹ ਹਾਊਸ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ ਜਿਹੜੀ ਹੈਗੀ ਆ ਇਟਸ $300 ਅਰਾਊਂਡ ਦੈਟ ਪ੍ਰਾਈਸ। ਤੇ ਇਸ ਤਰ੍ਹਾਂ ਦਾ ਘਰ ਤੁਸੀਂ ਅਫੋਰਡ ਕਰਨ ਵਾਸਤੇ ਤੁਹਾਡੀ ਜਿਹੜੀ ਸੈਲਰੀ ਹੈਗੀ ਹੈ ਅਰਾਊਂਡ ਲਾਈਕ 4500 ਤੋਂ ਲੈ ਕੇ $5000 ਤੱਕ ਹੋਣੀ ਚਾਹੀਦੀ ਹੈਗੀ ਹੈ। ਤੇ ਇਸ ਤੋਂ ਜ਼ਿਆਦਾ ਹੋਵੇ ਤਾਂ ਬੈਟਰ ਹੈਗਾ, ਕਿਉਂਕਿ ਕਈ ਵਾਰ ਕੁਝ ਅਨਐਕਸਪੈਕਟਿਡ ਖਰਚੇ ਆ ਜਾਂਦੇ ਹੈਗੇ ਆ। ਘਰਾਂ ਦੀ ਜਿਹੜੀ ਮੇਨਟੇਨੈਂਸ ਹੈਗੀ ਹੈ, ਜਿਹੜੀ ਕਿ ਤੁਹਾਨੂੰ ਹਮੇਸ਼ਾ ਜਦੋਂ ਵਿੰਟਰ ਫਿਨਿਸ਼ ਹੁੰਦੀ ਹੈ ਜਾਂ ਫਿਰ ਸਮਰ ਦੇ ਐਂਡ 'ਚ ਵਿੰਟਰ ਦੀ ਤੁਸੀਂ ਪ੍ਰੀਪਰੇਸ਼ਨ ਕਰਨੀ ਹੁੰਦੀ ਹੈ, ਤੇ ਉਹ ਵੀ ਆਈ ਜਾਂਦੀ ਹੈਗੀ ਹੈ। ਤੇ ਗਾਇਸ ਇਹ ਸੀ ਘਰਾਂ ਦੀ ਸਾਰੀ ਇਨਫੋਰਮੇਸ਼ਨ। ਆਈ ਹੋਪ ਆਈ ਹੈਵ ਕਵਰਡ ਐਵਰੀਥਿੰਗ। ਪਰ ਅਗਰ ਤੁਹਾਡੇ ਕੋਲ ਕੋਈ ਕੁਐਸਚਨ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਓਨਲੀ ਕੀਪ ਵਨ ਥਿੰਗ ਇਨ ਮਾਈਂਡ ਕਿ ਅਗਰ ਲੈਟਸ ਸੇ ਯੂਰ ਫਸਟ ਟਾਈਮ ਹੋਮ ਬਾਇਰ, ਜੋ ਵੀ ਤੁਹਾਡੇ ਮਨ ਵਿੱਚ ਹੋਵੇ, ਕੁਐਸਚਨ ਹੋਵੇ, ਤੁਸੀਂ ਡੋਂਟ ਹੈਸੀਟੇਟ ਟੂ ਆਸਕ ਰੀਅਲਟਰ, ਯੋਰ ਰੀਅਲਟਰ, ਜਾਂ ਫਿਰ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀ ਆ, ਹਮੇਸ਼ਾ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰੋ, ਹਰ ਇੱਕ ਚੀਜ਼ ਨੂੰ ਸ਼ੋਰ ਕਰੋ ਹਾਊਸ ਪਰਚੇਜ਼ ਕਰਨ ਤੋਂ ਪਹਿਲਾਂ। ਤੇ ਦੈਟਸ ਇਟ ਗਾਈਜ਼, ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ। ਟੇਕ ਕੇਅਰ, ਬਾਏ।